ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪੁਰਾਣੇ ਚੀਨ ਦੀ ਇਹ ਘਟਨਾ ਹੈ। ਬਹੁਤ ਹੀ ਪ੍ਰਸਿੱਧ ਹੈ ਕਹਾਣੀ ਚੀਨ ਦੇ ਵਿੱਚ। ਪੁਰਾਣੇ ਚਾਈਨਾ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜੋ ਸੰਨਿਆਸਤ ਹੋ ਜਾਣਾ ਚਾਹੁੰਦਾ ਸੀ, ਬਸ ਖੋ ਜਾਣਾ ਚਾਹੁੰਦਾ ਸੀ। ਉਹ ਇੱਕ ਦਿਨ ਆਪਣੇ ਗੁਰੂ ਦੇ ਕੋਲ ਗਿਆ। ਗੁਰੂ ਦੇ ਸਾਹਮਣੇ ਸੰਨਿਆਸੀ ਹੋਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਨੇ ਕਿਹਾ ਕਿ ਤੂੰ ਸੱਚਮੁੱਚ ਹੀ ਸੰਨਿਆਸੀ ਹੋ ਜਾਣਾ ਚਾਹੁੰਦਾ ਹੈ ਜਾਂ ਫਿਰ ਬਸ ਸੰਨਿਆਸੀ ਦਿਸਣਾ ਚਾਹੁੰਦਾ ਹੈ। ਉਸ ਵਿਅਕਤੀ ਨੇ ਕਿਹਾ ਕਿ ਜਦੋਂ ਸੰਨਿਆਸੀ ਹੀ ਹੋਣ ਲਈ ਆਇਆ ਹਾਂ ਤਾਂ ਦਿਸਣ ਦਾ ਕੀ ਕਰਾਂਗਾ, ਮੈਂ ਤਾਂ ਸੰਨਿਆਸੀ ਹੀ ਹੋ ਜਾਣਾ ਚਾਹੁੰਦਾ ਹਾਂ। ਇਹ ਸੁਣ ਕੇ ਗੁਰੂ ਨੇ ਕਿਹਾ ਕਿ ਠੀਕ ਹੈ, ਇਹ ਆਪਣੀ ਆਖਰੀ ਮੁਲਾਕਾਤ ਸੀ। ਹੁਣ ਤੂੰ ਦੁਬਾਰਾ ਮੇਰੇ ਕੋਲ ਨਾ ਆਵੀਂ। ਜਦੋਂ ਜ਼ਰੂਰਤ ਹੋਵੇਗੀ ਉਦੋਂ ਮੈਂ ਆਪੇ ਤੇਰੇ ਕੋਲ ਆ ਜਾਵਾਂਗਾ। ਇਸ ਆਸ਼ਰਮ ਵਿੱਚ 500 ਸੰਨਿਆਸੀ ਹਨ। ਤੂੰ ਉਹਨਾਂ 500 ਸੰਨਿਆਸੀਆਂ ਦੇ ਲਈ ਚੌਲ ਕੁੱਟਣ ਦਾ ਕੰਮ ਕਰਨਾ ਹੈ। ਐਸਾ ਕਿਹਾ ਜਾਂਦਾ ਹੈ ਕਿ ਉਹ ਸੰਨਿਆਸੀ ਅਗਲੇ 12 ਸਾਲਾਂ ਤੱਕ ਚੌਕਟ ਦੇ ਪਿੱਛੇ ਇੱਕ ਹਲਕੇ ਜਿਹੇ ਹਨੇਰੇ ਵਾਲੇ ਕਮਰੇ ਦੇ ਵਿੱਚ ਬਸ ਚੌਲ ਹੀ ਕੁੱਟਦਾ ਰਿਹਾ। 500 ਸੰਨਿਆਸੀ ਸੀ ਉਸ ਆਸ਼ਰਮ ਦੇ ਵਿੱਚ। ਉਹ ਸਭ ਦੇ ਲਈ ਚੌਲ ਕੁੱਟਦਾ, ਸਵੇਰੇ ਉੱਠਦਾ ਚੌਲ ਕੁੱਟਦਾ ਰਹਿੰਦਾ, ਰਾਤ ਨੂੰ ਥੱਕ ਜਾਂਦਾ ਤੇ ਸੌਂ ਜਾਂਦਾ, ਸਵੇਰੇ ਉੱਠ ਕੇ ਫਿਰ ਚੌਲ ਕੁੱਟਣ ਵਾਸਤੇ ਲੱਗ ਜਾਂਦਾ। 12 ਸਾਲ ਗੁਜ਼ਰ ਗਏ ਪਰ ਉਹ ਫਿਰ ਦੁਬਾਰਾ ਕਦੇ ਗੁਰੂ ਦੇ ਕੋਲ ਨਹੀਂ ਗਿਆ। ਉਸਨੇ ਭਰੋਸਾ ਕਰ ਲਿਆ ਸੀ ਕਿ ਜਦੋਂ ਗੁਰੂ ਨੇ ਕਹਿ ਹੀ ਦਿੱਤਾ ਹੈ ਕਿ ਜ਼ਰੂਰਤ ਪੈਣ ਤੇ ਉਹ ਖੁਦ ਆ ਜਾਣਗੇ ਤਾਂ ਫਿਰ ਗੱਲ ਹੀ ਖਤਮ ਹੋ ਗਈ। ਸ਼ੁਰੂਆਤ ਵਿੱਚ ਤਾਂ ਉਸਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ, ਪਰ ਲੇਕਿਨ ਜੇਕਰ ਬਸ ਪੂਰਾ ਦਿਨ ਚੌਲ ਹੀ ਕੁੱਟਣੇ ਹਨ ਤਾਂ ਫਿਰ ਵਿਚਾਰ ਕਰਕੇ ਵੀ ਕੀ ਫਾਇਦਾ ਹੈ। ਹੌਲੀ ਹੌਲੀ ਉਸਦੇ ਮਨ ਵਿੱਚੋਂ ਵੀ ਵਿਚਾਰ ਵਿਦਾ ਹੋਣ ਲੱਗੇ। ਉਹ ਬਸ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਚੌਲ ਹੀ ਕੁੱਟਦਾ ਰਹਿੰਦਾ। ਜਦੋਂ ਗੁਰੂ ਨੇ ਕਹਿ ਹੀ ਦਿੱਤਾ ਸੀ ਕਿ ਤੂੰ ਸਿਰਫ ਚੌਲ ਹੀ ਕੁੱਟਣੇ ਹਨ ਤਾਂ ਫਿਰ ਬਸ ਸਾਰੇ ਪ੍ਰਸ਼ਨ ਹੀ ਖਤਮ ਹੋ ਗਏ। ਗੁਰੂ ਨੇ ਕਹਿ ਹੀ ਦਿੱਤਾ ਹੈ ਤਾਂ ਸਹੀ ਹੀ ਕਿਹਾ ਹੋਵੇਗਾ। 12 ਸਾਲ ਤੱਕ ਚੌਲ ਕੁੱਟਦੇ ਕੁੱਟਦੇ ਉਸਦੇ ਮਨ ਵਿੱਚ ਵਿਚਾਰ ਆਉਣੇ ਹੀ ਬੰਦ ਹੋ ਗਏ। ਮਨ ਇੱਕਦਮ ਸ਼ਾਂਤ ਤੇ ਖਾਲੀ ਹੋ ਗਿਆ ਸੀ। ਨਾ ਕੋਈ ਵਿਚਾਰ, ਨਾ ਕੋਈ ਉਲਝਣ, ਨਾ ਕੋਈ ਅੜਚਨ। ਸਿੱਧਾ ਜਿਹਾ ਕੰਮ। ਸਵੇਰੇ ਉੱਠਦਾ ਚੌਲ ਕੁੱਟਦਾ ਰਹਿੰਦਾ, ਰਾਤ ਹੋ ਜਾਂਦੀ ਸੌਂ ਜਾਂਦਾ। ਪਿਛਲੇ 12 ਸਾਲਾਂ ਤੋਂ ਇਹੀ ਉਸਦੀ ਦਿਨਚਰਿਆ ਬਣ ਚੁੱਕੀ ਸੀ। ਉਹ ਹੁਣ ਵਿਚਾਰ ਮੁਕਤ ਹੋ ਗਿਆ ਸੀ। ਉਹ ਬਸ ਆਪਣਾ ਕੰਮ ਕਰਦਾ ਰਹਿੰਦਾ। 12 ਸਾਲ ਬੀਤ ਜਾਣ ਤੋਂ ਬਾਅਦ ਗੁਰੂ ਨੇ ਘੋਸ਼ਣਾ ਕੀਤੀ ਕਿ ਮੇਰੇ ਜਾਣ ਦਾ ਸਮਾਂ ਆ ਗਿਆ ਹੈ। ਜੋ ਵੀ ਵਿਅਕਤੀ ਮੇਰਾ ਉੱਤਰਾਧਿਕਾਰੀ ਬਣਨਾ ਚਾਹੁੰਦਾ ਹੈ ਉਹ ਅੱਜ ਰਾਤ ਮੇਰੇ ਕਮਰੇ ਦੀ ਕੰਧ ਉੱਤੇ ਬਾਹਰ 4 ਲਾਈਨਾਂ ਲਿਖ ਜਾਵੇ, ਜਿਸ ਵਿੱਚ ਜੀਵਨ ਦਾ ਸੱਚ ਉਜਾਗਰ ਹੁੰਦਾ ਹੋਵੇ, ਜਿਸ ਵਿੱਚ ਉਸਦਾ ਤੇ ਉਸਦੇ ਵਿਚਾਰਾਂ ਦਾ ਸੱਚ ਉਜਾਗਰ ਹੁੰਦਾ ਹੋਵੇ। ਪਰ ਇਹ ਵਿਚਾਰ ਉਸਦੇ ਖੁਦ ਦੇ ਹੋਣੇ ਚਾਹੀਦੇ ਹਨ। ਇਹ ਉਸਦਾ ਖੁਦ ਦਾ ਅਨੁਭਵ ਹੋਣਾ ਚਾਹੀਦਾ ਹੈ। ਇਹ ਘੋਸ਼ਣਾ ਸੁਣ ਕੇ ਸਾਰੇ ਹੀ ਸ਼ਿਸ਼ ਡਰ ਗਏ, ਕਿਉਂਕਿ ਗੁਰੂ ਨੂੰ ਧੋਖਾ ਦੇਣਾ ਆਸਾਨ ਨਹੀਂ ਸੀ। ਸ਼ਸਤਰ ਤਾਂ ਸਭ ਸ਼ਿਸ਼ਾਂ ਨੇ ਪੜ੍ਹੇ ਸੀ, ਪਰ ਜੋ ਉਹਨਾਂ ਸਾਰੇ ਸ਼ਿਸ਼ਾਂ ਵਿੱਚੋਂ ਸਭ ਤੋਂ ਵੱਡਾ ਵਿਦਵਾਨ ਸੀ, ਉਸਨੇ ਹੌਸਲਾ ਕਰਕੇ ਗੁਰੂ ਦੇ ਕਮਰੇ ਦੀ ਕੰਧ ਉੱਤੇ 4 ਲਾਈਨਾਂ ਲਿਖ ਦਿੱਤੀਆਂ। ਉਸਨੇ ਲਿਖਿਆ ਕਿ ਮਨ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜਿਸ ਉੱਤੇ ਧੂੜ ਜੰਮ ਜਾਂਦੀ ਹੈ। ਧੂੜ ਨੂੰ ਸਾਫ਼ ਕਰ ਦਿਓ, ਧਰਮ ਮਿਲ ਜਾਂਦਾ ਹੈ। ਉਸ ਧੂੜ ਨੂੰ ਸਾਫ਼ ਕਰ ਦਿਓ ਤਾਂ ਸੱਚ ਦਾ ਅਨੁਭਵ ਹੋ ਜਾਂਦਾ ਹੈ। ਗੁਰੂ ਸਵੇਰੇ ਉੱਠਿਆ, ਉਸਨੇ ਦੇਖਿਆ ਤੇ ਚਿੱਲਾ ਕੇ ਬੋਲਿਆ ਕਿ ਕਿਸ ਮੂਰਖ ਨੇ ਮੇਰੀ ਕੰਧ ਖਰਾਬ ਕਰ ਦਿੱਤੀ ਹੈ, ਉਸ ਨੂੰ ਫੜ ਕੇ ਮੇਰੇ ਕੋਲ ਲੈ ਕੇ ਆਓ। ਪਰ ਉਹ ਵੱਡਾ ਵਿਦਵਾਨ ਤਾਂ ਲਿਖ ਕੇ ਰਾਤੋਂ ਰਾਤ ਹੀ ਆਸ਼ਰਮ ਵਿੱਚੋਂ ਭੱਜ ਗਿਆ ਸੀ। ਉਹ ਡਰਿਆ ਹੋਇਆ ਸੀ ਕਿਉਂਕਿ ਇਹ ਲਾਈਨਾਂ ਉਸ ਦੀਆਂ ਨਹੀਂ ਸਨ। ਉਸਨੇ ਇਹ ਇੱਕ ਵੱਡੇ ਸ਼ਾਸਤਰ ਦੇ ਵਿੱਚੋਂ ਕਾਪੀ ਕੀਤੀਆਂ ਸੀ। ਇਸ ਦੇ ਵਿੱਚ ਉਸਦਾ ਖੁਦ ਦਾ ਅਨੁਭਵ ਨਹੀਂ ਸੀ। ਸ਼ਬਦ ਚੰਗੇ ਤਾਂ ਸੀ ਪਰ ਉਹਨਾਂ ਵਿੱਚ ਪ੍ਰਾਣ ਨਹੀਂ ਸੀ। ਉਹ ਜਾਂਦੇ ਸਮੇਂ ਆਪਣੇ ਆਸ਼ਰਮ ਦੇ ਦੋਸਤਾਂ ਨੂੰ ਕਹਿ ਗਿਆ ਸੀ ਕਿ ਜੇਕਰ ਸਵੇਰੇ ਗੁਰੂ ਕਹੇ ਕਿ ਵਾਹ ਕੀ ਗੱਲ ਲਿਖੀ ਹੈ ਤਾਂ ਮੈਨੂੰ ਖਬਰ ਕਰ ਦਿਓ, ਪਰ ਜੇਕਰ ਗੁਰੂ ਪੜ੍ਹ ਕੇ ਕ੍ਰੋਧਿਤ ਹੋ ਜਾਣ ਤਾਂ ਮੇਰਾ ਪਤਾ ਨਾ ਦੱਸਿਓ। ਸਾਰਾ ਆਸ਼ਰਮ ਚਿੰਤਤ ਹੋ ਉੱਠਿਆ ਤੇ ਆਸ਼ਰਮ ਵਿੱਚ ਗੱਲਾਂ ਚੱਲਣ ਲੱਗੀਆਂ ਕਿ ਇੰਨੇ ਸੁੰਦਰ ਲਫ਼ਜ਼ ਤਾਂ ਹਨ, ਲਫ਼ਜ਼ਾਂ ਵਿੱਚ ਕਮੀ ਕੀ ਹੈ। ਮਨ ਸ਼ੀਸ਼ੇ ਦੀ ਤਰ੍ਹਾਂ ਹੀ ਤਾਂ ਹੈ ਜਿਸ ਵਿੱਚ ਸ਼ਬਦਾਂ ਦੀ, ਵਿਚਾਰਾਂ ਦੀ, ਅਨੁਭਵਾਂ ਦੀ ਧੂੜ ਜੰਮ ਜਾਂਦੀ ਹੈ। ਬਸ ਇੰਨੀ ਹੀ ਤਾਂ ਗੱਲ ਹੈ। ਸਾਫ਼ ਕਰ ਦਿਓ ਸ਼ੀਸ਼ਾ ਤਾਂ ਸੱਚ ਦਾ ਪ੍ਰਤੀਬਿੰਬ ਬਣ ਜਾਂਦਾ ਹੈ। ਲੋਕਾਂ ਨੇ ਕਿਹਾ
ਕਿ ਉਸ ਸੰਨਿਆਸੀ ਨੇ ਤਾਂ ਗੱਲਾਂ ਬਿਲਕੁਲ ਸਹੀ ਹੀ ਲਿਖੀਆਂ ਹਨ, ਪਰ ਸਾਡੇ ਗੁਰੂ ਹੀ ਹਨ ਜੋ ਜ਼ਰੂਰਤ ਤੋਂ ਜ਼ਿਆਦਾ ਕਠੋਰ ਹਨ। ਹੁਣ ਦੇਖਦੇ ਹਾਂ ਇਸ ਤੋਂ ਉੱਚੀ ਗੱਲ ਗੁਰੂ ਕਿੱਥੋਂ ਲੈ ਕੇ ਆਉਂਦੇ ਹਨ। ਐਸੀਆਂ ਹੀ ਗੱਲਾਂ ਪੂਰੇ ਆਸ਼ਰਮ ਵਿੱਚ ਚੱਲ ਰਹੀਆਂ ਸਨ। ਇਸੇ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ 3 ਸੰਨਿਆਸੀ ਉਸ ਚੌਲ ਕੁੱਟਣ ਵਾਲੇ ਵਿਅਕਤੀ ਦੇ ਕੋਲੋਂ ਲੰਘ ਰਹੇ ਸੀ। ਉਸਨੇ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ। ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਹੱਸਣ ਲੱਗਾ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਤੂੰ ਹੱਸ ਕਿਉਂ ਰਿਹਾ ਏਂ, ਕੀ ਗੱਲ ਹੈ? ਉਸਨੇ ਕਿਹਾ ਕਿ ਗੁਰੂ ਠੀਕ ਹੀ ਤਾਂ ਕਹਿ ਰਹੇ ਹਨ, ਕਿਸ ਨਾ ਸਮਝ ਨੇ ਇਹ ਲਿਖਿਆ ਹੈ। ਇਹ ਸੁਣ ਕੇ ਉਹ 3 ਸੰਨਿਆਸੀ ਚੌਂਕੇ ਤੇ ਫਿਰ ਬੋਲੇ ਕਿ ਤੂੰ ਪਿਛਲੇ 12 ਸਾਲਾਂ ਤੋਂ ਸਿਰਫ ਚੌਲ ਹੀ ਕੁੱਟ ਰਿਹਾ ਏਂ ਤੇ ਅਸੀਂ ਸ਼ਸਤਰਾਂ ਦੇ ਨਾਲ ਮੱਥਾ ਮਾਰ ਮਾਰ ਕੇ ਮਰ ਗਏ ਹਾਂ। ਹੁਣ ਤੂੰ ਸਾਨੂੰ ਦੱਸੇਂਗਾ ਕੀ ਸਹੀ ਹੈ ਤੇ ਕੀ ਗਲਤ ਹੈ। ਉਹਨਾਂ 3 ਵਿੱਚੋਂ ਇੱਕ ਨੇ ਕਿਹਾ ਕਿ ਕੀ ਤੂੰ ਇਸ ਤੋਂ ਵੀ ਕੋਈ ਬਿਹਤਰ ਵਚਨ ਲਿਖ ਸਕਦਾ ਹੈ? ਤਾਂ ਉਸਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਚੌਲ ਕੁੱਟਦੇ ਕੁੱਟਦੇ ਮੈਂ ਲਿਖਣਾ ਤਾਂ ਭੁੱਲ ਹੀ ਗਿਆ ਹਾਂ, ਪਰ ਮੈਂ ਬੋਲ ਸਕਦਾ ਹਾਂ ਜੇਕਰ ਕੋਈ ਲਿਖ ਦੇਵੇ। ਲੇਕਿਨ ਇੱਕ ਗੱਲ ਯਾਦ ਰਹੇ, ਉੱਤਰਾਧਿਕਾਰੀ ਬਣਨ ਦੀ ਮੇਰੀ ਕੋਈ ਇੱਛਾ ਨਹੀਂ ਹੈ। ਜੇਕਰ ਇਸ ਲਿਖਣ ਦੀ ਵਜ੍ਹਾ ਕਰਕੇ ਮੈਨੂੰ ਉੱਤਰਾਧਿਕਾਰੀ ਬਣਨਾ ਪਵੇ ਤਾਂ ਮੇਰੀ ਤੌਬਾ ਹੈ, ਮੈਂ ਕੰਨ ਫੜਦਾ ਹਾਂ, ਮੈਂ ਲਿਖਵਾਉਣਾ ਵੀ ਨਹੀਂ ਹੈ। ਉਸ ਚੌਲ ਕੁੱਟਣ ਵਾਲੇ ਦੀ ਗੱਲ ਸੁਣ ਕੇ ਉਹਨਾਂ 3 ਲੜਕਿਆਂ ਨੇ ਕਿਹਾ ਕਿ ਤੂੰ ਬਸ ਬੋਲ, ਲਿਖ ਤਾਂ ਅਸੀਂ ਦੇਵਾਂਗੇ। ਤਾਂ ਉਸਨੇ ਲਿਖਵਾਇਆ, ਕਿਹਾ ਕਿ ਲਿਖ ਦਿਓ ਜਾ ਕੇ ਕਿ ਕੈਸਾ ਸ਼ੀਸ਼ਾ ਕੈਸੀ ਧੂੜ, ਨਾ ਕੋਈ ਸ਼ੀਸ਼ਾ ਨਾ ਕੋਈ ਧੂੜ, ਜੋ ਇਸ ਨੂੰ ਜਾਣ ਲੈਂਦਾ ਹੈ ਆਪਣੇ ਅਸਲੀ ਧਰਮ ਨੂੰ ਪਾ ਲੈਂਦਾ ਹੈ, ਸੱਚ ਨੂੰ ਪਾ ਲੈਂਦਾ ਹੈ। ਇਹ ਸੁਣ ਕੇ ਉਹ ਲੜਕੇ ਉੱਥੋਂ ਚਲੇ ਗਏ ਤੇ ਉਹ ਚੌਲ ਕੁੱਟਣ ਦੇ ਕੰਮ ਵਿੱਚ ਲੱਗ ਗਿਆ। ਤੇ ਫਿਰ ਅੱਧੀ ਰਾਤ ਨੂੰ ਗੁਰੂ ਉਸ ਚੌਲ ਕੁੱਟਣ ਵਾਲੇ ਦੇ ਕੋਲ ਆਏ ਤੇ ਬੋਲੇ ਕਿ ਤੂੰ ਇੱਥੋਂ ਭੱਜ ਜਾ, ਵਰਨਾ ਇਹ 500 ਤੈਨੂੰ ਮਾਰ ਦੇਣਗੇ। ਇਹ ਮੇਰਾ ਚੋਗਾ ਲੈ, ਤੂੰ ਮੇਰਾ ਉੱਤਰਾਧਿਕਾਰੀ ਬਣਨਾ ਚਾਹੇ ਜਾਂ ਨਾ ਬਣਨਾ ਚਾਹੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੂੰ ਮੇਰਾ ਉੱਤਰਾਧਿਕਾਰੀ ਹੈ, ਮੈਂ ਤੈਨੂੰ ਹੀ ਆਪਣਾ ਉੱਤਰਾਧਿਕਾਰੀ ਮੰਨ ਲਿਆ ਹੈ। ਲੇਕਿਨ ਹੁਣ ਤੂੰ ਇਸ ਆਸ਼ਰਮ ਵਿੱਚੋਂ ਭੱਜ ਜਾ, ਕਿਉਂਕਿ ਇਹ 500 ਤੈਨੂੰ ਜਿਉਣ ਨਹੀਂ ਦੇਣਗੇ। ਇਹ ਸਭ ਇਹ ਬਰਦਾਸ਼ਤ ਨਹੀਂ ਕਰ ਪਾਉਣਗੇ ਕਿ ਇੱਕ ਚੌਲ ਕੁੱਟਣ ਵਾਲਾ ਧਰਮ ਨੂੰ ਪਾ ਗਿਆ, ਸੱਚ ਨੂੰ ਪਾ ਗਿਆ, ਆਤਮ ਗਿਆਨ ਨੂੰ ਪ੍ਰਾਪਤ ਹੋ ਗਿਆ ਤੇ ਅਸੀਂ ਸਭ ਬਸ ਸ਼ਸਤਰਾਂ ਦੇ ਨਾਲ ਮੱਥੇ ਮਾਰਦੇ ਹੀ ਮਰ ਗਏ। ਇਸ ਲਈ ਤੂੰ ਇੱਥੋਂ ਚਲਾ ਜਾ। ਦੋਸਤੋ, ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਦੋਸਤੋ, ਵਿਚਾਰਾਂ ਦੀ ਸੁੰਨਤਾ ਦੇ ਸੰਬੰਧ ਵਿੱਚ ਇੱਕ ਵਾਰ ਮਹਾਤਮਾ ਬੁੱਧ ਜੀ ਨੇ ਆਪਣੇ ਇੱਕ ਸ਼ਿਸ਼ ਮੌਲਕ ਪੁੱਤਰ ਨੂੰ ਕਿਹਾ ਸੀ ਕਿ ਜਿਸ ਦਿਨ ਤੇਰੇ ਦਿਮਾਗ ਵਿੱਚ ਵਿਚਾਰ ਉੱਠਣੇ ਬੰਦ ਹੋ ਜਾਣਗੇ, ਉਸ ਦਿਨ ਤੂੰ ਸੱਚ ਦਾ ਅਨੁਭਵ ਕਰੇਂਗਾ, ਤੂੰ ਖੁਦ ਨੂੰ ਤੇ ਇਸ ਬ੍ਰਹਿਮੰਡ ਨੂੰ ਸਮਝ ਪਾਵੇਂਗਾ ਤੇ ਹੀ ਆਤਮ ਗਿਆਨ ਨੂੰ ਪਾਉਣ ਦਾ ਪਹਿਲਾ ਕਦਮ ਹੈ। ਮਨ ਦੇ ਵਿਚਾਰਾਂ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਜੋ ਬੌਧ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ, ਉਹ ਹੈ ਖੁਦ ਦੇ ਵਿਚਾਰਾਂ ਤੇ ਧਿਆਨ ਦੇਣਾ ਕਿ ਅੰਦਰ ਕੀ ਚੱਲ ਰਿਹਾ ਹੈ, ਕਿਸ ਤਰ੍ਹਾਂ ਦੇ ਵਿਚਾਰ ਉੱਠ ਰਹੇ ਹਨ। ਇਸ ਦਾ ਬੜੇ ਹੀ ਸਾਵਧਾਨ ਤਰੀਕੇ ਨਾਲ ਨਿਰੀਖਣ ਕਰਦੇ ਰਹਿਣਾ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਦਬਾਉਣਾ ਜਾਂ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਦਈਏ। ਜੇਕਰ ਤੁਸੀਂ ਐਸਾ ਕਰੋਗੇ ਤਾਂ ਵਿਚਾਰਾਂ ਦੇ ਫੈਲਾਅ ਦੀ ਤੀਬਰਤਾ ਹੋਰ ਵੱਧ ਜਾਵੇਗੀ। ਤੁਸੀਂ ਬਸ ਆਪਣੇ ਮਨ ਨੂੰ ਹੀ ਦੇਖਣਾ ਹੈ। ਮਨ ਭਟਕੇਗਾ, ਬਾਰ-ਬਾਰ ਭਟਕੇਗਾ, ਪਰ ਜਿਵੇਂ ਹੀ ਤੁਹਾਨੂੰ ਫਿਰ ਯਾਦ ਆਵੇ ਕਿ ਤੁਸੀਂ ਵਿਚਾਰਾਂ ਦਾ ਨਿਰੀਖਣ ਕਰ ਰਹੇ ਹੋ ਤਾਂ ਤੁਸੀਂ ਤੁਰੰਤ ਹੀ ਫਿਰ ਤੋਂ ਵਿਚਾਰਾਂ ਤੇ ਧਿਆਨ ਦੇਣਾ ਸ਼ੁਰੂ ਕਰ ਦਿਓ। ਸ਼ੁਰੂਆਤ ਵਿੱਚ ਤੁਹਾਨੂੰ ਕਾਫੀ ਪਰੇਸ਼ਾਨੀ ਆਵੇਗੀ ਤੇ ਮਨ ਵੀ ਵਾਰ-ਵਾਰ ਭਟਕੇਗਾ, ਪਰ ਕੁਝ ਦਿਨਾਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਕਾਫੀ ਲੰਬੇ ਸਮੇਂ ਤੱਕ ਵਿਚਾਰਾਂ ਨੂੰ ਆਬਜ਼ਰਵ ਕਰ ਪਾ ਰਹੇ ਹੋ ਤੇ ਕਾਫੀ ਲੰਬੇ ਸਮੇਂ ਤੱਕ ਧਿਆਨ ਕਰ ਪਾ ਰਹੇ ਹੋ। ਧਿਆਨ ਅਰਥਾਤ ਸਿਮਰਨ ਕਰ ਰਹੇ ਹੋ। ਫਿਰ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਮਨ ਦੇ ਵਿੱਚ ਖਿਆਲਾਂ ਦੀਆਂ 2 ਰੀਲਾਂ ਚੱਲ ਪਈਆਂ ਹਨ। ਇੱਕ ਖਿਆਲਾਂ ਦੀ ਰੀਲ ਦੇ ਨਾਲ ਤੁਸੀਂ ਧਿਆਨ ਕਰ ਰਹੇ ਹੋ ਤੇ ਇੱਕ ਖਿਆਲਾਂ ਦੀ ਰੀਲ ਵਿੱਚ ਦੁਨਿਆਵੀ ਵਿਚਾਰ ਚੱਲ ਰਹੇ ਹਨ, ਪਰ ਤੁਸੀਂ ਵਿਚਾਰਾਂ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਰਹੇ। ਸ਼ੁਰੂ ਵਿੱਚ ਸਿਮਰਨ ਦੇ ਵਿਚਾਰਾਂ ਦੀ ਤੀਬਰਤਾ ਮਨ ਦੇ ਵਿਚਾਰਾਂ ਦੇ ਮੁਕਾਬਲੇ ਵਿੱਚ ਥੋੜੀ ਘੱਟ ਹੋਵੇਗੀ। ਦੂਜੇ ਪਾਸੇ ਦੁਨਿਆਵੀ ਵਿਚਾਰਾਂ ਦੀ ਤੀਬਰਤਾ ਥੋੜੀ ਵੱਧ ਹੋਵੇਗੀ। ਥੋੜਾ ਅਭਿਆਸ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਮਨ ਵਿੱਚੋਂ ਦੁਨਿਆਵੀ ਵਿਚਾਰਾਂ ਦੀ ਤੀਬਰਤਾ ਘੱਟ ਹੋ ਰਹੀ ਹੈ ਤੇ ਰੂਹਾਨੀ ਵਿਚਾਰਾਂ ਦੀ ਤੀਬਰਤਾ ਵੱਧ ਰਹੀ ਹੈ। ਜੇਕਰ ਤੁਸੀਂ ਇਸ ਪ੍ਰਤੀਕਿਰਿਆ ਵਿੱਚ ਹੋਰ ਗਹਿਰੇ ਹੁੰਦੇ ਚਲੇ ਜਾਓਗੇ ਤਾਂ ਤੁਸੀਂ ਪਾਓਗੇ ਕਿ ਤੁਹਾਡੇ ਮਨ ਵਿੱਚ ਵਿਚਾਰ ਉੱਠਣੇ ਹੀ ਬੰਦ ਹੋ ਗਏ ਹਨ। ਤੇ ਜਦੋਂ ਪਰਮਾਤਮਾ ਦੇ ਸਿਮਰਨ ਦੇ ਦੁਆਰਾ ਮਨ ਵਿੱਚ ਵਿਚਾਰ ਉੱਠਣੇ ਬੰਦ ਹੋ ਗਏ
ਤਾਂ ਉਸ ਮਾਲਕ ਦੀ ਰਹਿਮਤ ਤੁਹਾਡੇ ਉੱਤੇ ਆਟੋਮੈਟਿਕ ਹੀ ਹੋਣ ਲੱਗ ਜਾਵੇਗੀ। ਕਿਉਂਕਿ ਦੋਸਤੋ, ਜੇਕਰ ਮਨ ਵਿੱਚ ਵਿਚਾਰ ਉੱਠਣੇ ਬੰਦ ਹੋ ਗਏ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਲਿਵ ਉਸ ਮਾਲਕ ਦੇ ਨਾਲ ਹੋਰ ਗੂੜੀ ਲੱਗ ਰਹੀ ਹੈ, ਹੋਰ ਗੂੜੀ ਹੁੰਦੀ ਚਲੀ ਜਾ ਰਹੀ ਹੈ, ਤੇ ਤੁਸੀਂ ਉਸ ਵਾਹਿਗੁਰੂ ਦੀ ਰਹਿਮਤ ਨਾਲ ਅੰਦਰ ਬਾਹਰ ਤੋਂ ਮਾਲਾ ਮਾਲ ਹੋਣ ਲੱਗ ਜਾਓਗੇ। ਤੇ ਫਿਰ ਤੁਸੀਂ ਬੀਤੇ ਹੋਏ ਕੱਲ੍ਹ ਦੀ ਚਿੰਤਾ, ਆਉਣ ਵਾਲੇ ਕੱਲ੍ਹ ਦੀ ਚਿੰਤਾ ਨਹੀਂ ਕਰੋਗੇ ਤੇ ਤੁਸੀਂ ਵਰਤਮਾਨ ਵਿੱਚ ਜੀਓਗੇ। ਜੋ ਵੀ ਹੁਣ ਇਸ ਸਮੇਂ ਤੁਹਾਡੇ ਸਾਹਮਣੇ ਹੈ, ਤੁਸੀਂ ਸਿਰਫ ਉਸੇ ਉੱਤੇ ਹੀ ਆਪਣਾ ਧਿਆਨ ਕੇਂਦਰਿਤ ਕਰੋਗੇ ਤੇ ਹੋਰਾਂ ਦੇ ਲਈ ਪ੍ਰੇਰਨਾ ਬਣੋਗੇ। ਪਰ ਦੋਸਤੋ, ਇਹ ਸਿਰਫ ਇਹ ਕਹਾਣੀ ਸੁਣਨ ਦੇ ਨਾਲ ਸੰਭਵ ਨਹੀਂ ਹੋਣ ਵਾਲਾ। ਇਸ ਦੇ ਲਈ ਤੁਹਾਨੂੰ ਪੂਰੇ ਨਿਯਮ ਦੇ ਨਾਲ ਨਿਤਨੇਮੀ ਬਣਨਾ ਪਵੇਗਾ, ਚੁਗਲੀ ਨਿੰਦਿਆ ਛੱਡਣੀ ਪਵੇਗੀ, ਸਭ ਬੁਰਾਈਆਂ ਨੂੰ ਛੱਡਣਾ ਪਵੇਗਾ ਤੇ ਇਸ ਝੂਠੀ ਦੁਨੀਆ ਤੋਂ ਧਿਆਨ ਹਟਾ ਕੇ ਉਸ ਪ੍ਰਮਾਤਮਾ ਦੇ ਨਾਮ ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਫਿਰ ਦੇਖਿਓ ਕੀ ਨਜ਼ਾਰੇ, ਕੀ ਚਮਤਕਾਰ ਹੁੰਦੇ ਨੇ। ਦੋਸਤੋ, ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ। ਜੋ ਲੋਕ ਉਸ ਅਕਾਲ ਪੁਰਖ, ਉਸ ਵਾਹਿਗੁਰੂ ਨੂੰ ਬਾਹਰ ਲੱਭਦੇ ਭੱਜੇ ਫਿਰਦੇ ਹਨ ਤੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਉਹਨਾਂ ਦੇ ਲਈ ਕੁਝ ਲਫ਼ਜ਼ ਹਨ। ਕਾਹਨੂੰ ਮੰਦਰਾਂ ਮਸੀਤਾਂ ਵਿੱਚ ਲੱਭਦਾ ਫਿਰੇ, ਜਿੱਥੇ ਦੱਸ ਤੈਨੂੰ ਪੈਂਦੀ ਖੁਰਾ ਦੱਬਦਾ ਫਿਰੇ। ਪਹਿਲਾਂ ਘਰ ਆਪਣਾ ਤੂੰ ਟੋਲ, ਉਹ ਜਿਹਨੂੰ ਲੱਭਦਾ ਏ ਵਸੇ ਤੇਰੇ ਕੋਲ। ਉਹ ਬੰਦੇ ਬੰਦੇ ਅੱਖੀਆਂ ਨੂੰ ਖੋਲ, ਜਿਹਨੂੰ ਲੱਭਣਾ ਏ ਵਸੇ ਤੇਰੇ ਕੋਲ। ਹੁਣ ਵੀ ਹੈ ਵੇਲਾ ਤੇਰਾ, ਸੋਚ ਲੈ ਵਿਚਾਰ ਲੈ, ਗੁਰੂ ਪੂਰਾ ਲੱਭ ਜਨਮ ਸੁਧਾਰ ਲੈ। ਸ਼ਾਹੂਕਾਰ ਹੋ ਕੇ ਕਿਉਂ ਦਰ ਦਰ ਡੋਲਦਾ, ਸਤਿਗੁਰ ਤੇਰੇ ਅੰਦਰ ਬੈਠਾ ਬਾਹਰ ਕਿਹਨੂੰ ਟੋਲਦਾ। ਹੀਰਾ ਅਨਮੋਲ ਕਾਹਨੂੰ ਮਿੱਟੀ ਵਿੱਚ ਰੋਲਦਾ। ਸੋ ਦੋਸਤੋ, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।